ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਰਮਨੀਸ਼। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਖਤਮ ਹੋਵੇਗਾ ਭਾਰਤ-ਪਾਕਿ ਦਾ ਤਣਾਅ। ਦੋਵਾਂ ਦੇਸ਼ਾਂ 'ਚ ਸਿਆਸਤਦਾਨਾਂ ਨੇ ਪ੍ਰਧਾਨ ਮੰਤਰੀਆਂ ਨੂੰ ਲਿਖਿਆ ਖੁੱਲ੍ਹਾ ਪੱਤਰ। ਟਰੰਪ ਨੇ ਚਾਈਨਾ ਨੂੰ ਦਿੱਤੀ ਧਮਕੀ। ਯੂਰਪ ਤੋਂ ਬਾਅਦ ਨਾਰਥ ਅਮਰੀਕਾ ਵਿੱਚ ਗਰਮੀ ਦਾ ਕਹਿਰ। ਆਸਟ੍ਰੇਲੀਆ ਅਤੇ ਕੈਨੇਡਾ ਵਿੱਚ 2 ਪੰਜਾਬੀਆਂ ਨਾਲ ਵਰਤਿਆ ਭਾਣਾ। ਰਾਜਾ ਵੜਿੰਗ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ। ਪਾਕਿਸਤਾਨ ਦੇ ਫਰੂਕਾਬਾਦ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਏ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖਤ ਨੋਟਿਸ। ਹੁਣ ਇਹ ਖਬਰਾਂ ਵਿਸਤਾਰ ਵਿੱਚ। ਭਾਰਤ ਅਤੇ ਪਾਕਿਸਤਾਨ ਦੇ 100 ਤੋਂ ਵੱਧ ਪ੍ਰਮੁੱਖ ਨਾਗਰਿਕਾਂ, ਸਿਆਸਤਦਾਨਾਂ ਅਤੇ ਸਾਬਕਾ ਰਾਜਦੂਤਾਂ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਸ਼ਹਿਬਾਜ਼ ਸ਼ਰੀਫ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਦੁਵੱਲੀ ਗੱਲਬਾਤ ਅਤੇ ਆਮ ਸੰਬੰਧਾਂ ਦੇ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਸੈਂਟਰ ਫਾਰ ਪੀਸ ਐਂਡ ਪ੍ਰੋਗਰੈਸ ਦੀ ਜਿਹੜੇ ਪ੍ਰਧਾਨ OP ਸ਼ਾਹ ਵੱਲੋਂ ਕੋਆਰਡੀਨੇਟ ਕੀਤੇ ਗਏ ਇਸ ਪੱਤਰ ਤੇ ਭਾਰਤ ਦੇ 61 ਅਤੇ ਪਾਕਿਸਤਾਨ ਦੇ 55 ਪ੍ਰਮੁੱਖ ਨਾਗਰਿਕਾਂ ਸਣੇ ਕੁੱਲ 116 ਨੇ ਹਸਤਾਖਰ ਕੀਤੇ ਹਨ। ਪੱਤਰ ਲਿਖਣ ਵਾਲਿਆਂ 'ਚ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਰॉ ਦੇ ਸਾਬਕਾ ਮੁਖੀ AS ਦੁਲਤ, ਮਨੋਜ ਝਾ, ਮਨੀ ਸ਼ੰਕਰ ਅਯਰ, ਮੀਰਵਾਈਜ਼ ਉਮਰ ਫਾਰੂਕ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਸ਼ਾਮਲ ਹਨ। ਇਨ੍ਹਾਂ ਲੋਕਾਂ ਦੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਦੋਵਾਂ ਦੇਸ਼ਾਂ 'ਚ ਪੂਰਨ ਕੂਟਨੀਤਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਵੇ, ਹਾਈ ਕਮਿਸ਼ਨਰ ਦੀ ਜਿਹੜੀ ਨਿਯੁਕਤੀ ਦੁਬਾਰਾ ਕੀਤੀ ਜਾਵੇ ਅਤੇ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇ। ਇਸ ਤੋਂ ਇਲਾਵਾ ਇਸ ਪੱਤਰ ਦੇ ਅਟਾਰੀ ਵਾਹਗਾ ਸਰਹੱਦ ਰਾਹੀਂ ਵਪਾਰਕ ਰਸਤੇ ਦੁਬਾਰਾ ਖੋਲ੍ਹੇ ਜਾਣ, ਦਿੱਲੀ ਲਾਹੌਰ ਬੱਸ ਸਮਝੌਤੇ ਐਕਸਪ੍ਰੈਸ ਜਿਹੜੀ ਹੈ ਥਾਰ ਐਕਸਪ੍ਰੈਸ ਅਤੇ ਵਪਾਰਕ ਉਡਾਨਾਂ ਲਈ ਏਅਰ ਸਪੇਸ ਮੁੜ ਸ਼ੁਰੂ ਕਰਨ ਬਾਰੇ ਹੀ ਅਪੀਲ ਕੀਤੀ ਗਈ ਹੈ। ਨਾਲ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਸ਼ਾਰਦਾ ਪੀਠ ਦੇ ਰਸਤੇ ਵਿੱਚ ਖੋਲ੍ਹਣ, ਜੰਮੂ ਕਸ਼ਮੀਰ ਦੇ ਮੁੱਦੇ ਤੇ 2004 ਤੋਂ 2007 ਦੇ ਢਾਂਚੇ ਮੁਤਾਬਿਕ ਫੌਜ ਦੀ ਤਾਇਨਾਤੀ ਅਤੇ ਤਣਾਅ ਨੂੰ ਘਟਾਉਣ ਦੀ ਅਪੀਲ ਵੀ ਇਸ ਪੱਤਰ 'ਚ ਕੀਤੀ ਗਈ ਹੈ। ਇਸ ਪੱਤਰ 'ਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਅਪੀਲ ਕਿਸੇ ਰਾਜਨੀਤਿਕ ਪੱਖ ਦਾ ਸਮਰਥਨ ਨਹੀਂ ਹੈ, ਬਲਕਿ ਦੋਵੇਂ ਦੇਸ਼ਾਂ ਦੇ ਲਗਭਗ 2 ਅਰਬ ਆਬਾਦੀ ਦੀ ਭਲਾਈ ਲਈ ਹੈ। ਪੱਤਰ ਦੇ ਦਸਤਖਤ ਕਰਨ ਵਾਲੇ ਮੁਤਾਬਿਕ ਲਗਾਤਾਰ ਤਣਾਅਪੂਰਨ ਮਾਹੌਲ ਕਾਰਨ ਕਰੋੜਾਂ ਨੌਜਵਾਨ ਤਰੱਕੀ ਦੇ ਮੌਕਿਆਂ ਤੇ ਵਾਂਝੇ ਰਹਿ ਜਾਂਦੇ ਹਨ। ਇਸ ਲਈ ਦੱਖਣੀ ਏਸ਼ੀਆ ਦਾ ਭਵਿੱਖ ਟਕਰਾਅ ਦੀ ਬਜਾਏ ਸ਼ਾਂਤੀ ਅਤੇ ਸਾਂਝੀ ਤਰੱਕੀ ਨਾਲ ਤੈਅ ਹੋਣਾ ਚਾਹੀਦਾ ਹੈ। ਪਨਾਮਾ ਨਹਿਰ ਦੇ ਕੰਟਰੋਲ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਜੀਓਪੋਲਿਟੀਕਲ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਬੇਹੱਦ ਸਖਤ ਲਹਿਜੇ ਵਿੱਚ ਚੇਤਾਵਨੀ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਚੀਨ ਨੂੰ ਇਸ ਰਣਨੀਤਿਕ ਜਲ ਮਾਰਗ ਤੇ ਕਬਜ਼ਾ ਨਹੀਂ ਕਰਨ ਦੇਣਗੇ ਅਤੇ ਚੀਨ ਦੀ ਹਰ ਅਜਿਹੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਜਾਵੇਗਾ। ਟਰੰਪ ਨੇ ਉੱਤਰੀ ਡਕੋਟਾ ਵਿੱਚ ਰੂਜ਼ਵੈਲਟ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸਿੱਧਾ ਨਿਸ਼ਾਨਾ ਬਣਾਇਆ। ਉਹਨਾਂ ਨੇ ਪਨਾਮਾ ਨਹਿਰ ਦਾ ਕੰਟਰੋਲ ਚੀਨ ਦੇ ਪ੍ਰਭਾਵ ਹੇਠ ਜਾਣ ਦੇ ਜਿਹੜੇ ਖਦਸ਼ੇ ਦੀ ਆਲੋਚਨਾ ਕਰਦੇ ਕਿਹਾ ਹੈ ਕਿ ਇਸ ਮਹੱਤਵਪੂਰਨ ਰੂਟ ਨੂੰ ਚੀਨ ਦੇ ਹੱਥਾਂ ਵਿੱਚ ਸੌਂਪਣ ਦਾ ਫੈਸਲਾ ਬਿਲਕੁਲ ਗਲਤ ਸੀ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਪਨਾਮਾ ਕੋਲ ਇਸ ਨਹਿਰ ਦਾ ਕੰਟਰੋਲ ਆਇਆ ਹੈ, ਉੱਥੇ ਲੰਘਣ ਵਾਲੇ ਸ਼ਿਪਮੈਂਟਸ ਯਾਨੀ ਕਿ ਜਹਾਜ਼ਾਂ ਦੀਆਂ ਫੀਸਾਂ ਦਾ ਵਿੱਚ ਜਿਹੜਾ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਪਨਾਮਾ ਦੇ ਭਾਰੀ ਮਾਲਿਆ ਇਕੱਠਾ ਕੀਤਾ ਹੈ। ਟਰੰਪ ਮੁਤਾਬਿਕ ਨਹਿਰ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਦੀ ਗਿਣਤੀ ਉਨੀ ਹੀ ਰਹਿਣ ਦੇ ਬਾਵਜੂਦ ਕਮਰਸ਼ੀਅਲ ਫੀਸ ਦੀ ਸ਼ੁਰੂਆਤ ਵਿੱਚ 4 ਗੁਣਾ ਤੱਕ ਵਧਾ ਦਿੱਤੀ ਗਿਆ, ਜਿਸ ਨਾਲ ਕਈ ਦੇਸ਼ਾਂ ਦੇ ਆਰਥਿਕ ਬੋਝ ਵੱਧ ਗਿਆ। ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਹੁਣ ਇਸ ਤਰੀਕੇ ਨਾਲ ਆਪਣਾ ਆਰਥਿਕ ਸ਼ੋਸ਼ਣ ਨਹੀਂ ਹੋਣ ਦੇਵੇਗਾ ਤੇ ਚੀਨ ਦੀਆਂ ਐਕਸਪੈਂਸ਼ਨਿਸਟ ਯਾਨੀ ਕਿ ਵਿਸਤਾਰਵਾਦੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਇਸ ਮੁੱਦੇ ਤੇ ਇੰਨਾ ਸਖਤ ਸਟੈਂਡ ਲਿਆ। ਇਸ ਤੋਂ ਇਲਾਵਾ ਜਨਵਰੀ 2025 ਵਿੱਚ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਓਪਨਿੰਗ ਭਾਸ਼ਣ ਵਿੱਚ ਵੀ ਉਹਨਾਂ ਨੇ ਚੀਨ ਨੂੰ ਚੇਤਾਵਨੀ ਦਿੱਤੀ ਸੀ। ਟਰੰਪ ਨੇ ਕਿਹਾ ਸੀ ਕਿ ਚੀਨ ਪਨਾਮਾ ਨਹਿਰ ਦੇ ਜ਼ਰੀਏ ਲੰਘਣ ਵਾਲੇ ਗਲੋਬਲ ਸ਼ਿਪਿੰਗ ਜਹਾਜ਼ਾਂ ਤੋਂ ਮਨਮਾਨੇ ਰੇਟ ਵਸੂਲਣ ਦੀ ਫਿਰਾਕ ਵਿੱਚ ਹੈ, ਜਿਸ ਕਾਰਨ ਅਮਰੀਕਾ ਵਿੱਚ ਦਾ ਕੰਟਰੋਲ ਵਾਪਸ ਲੈਣ ਬਾਰੇ ਵਿਚਾਰ ਕਰ ਸਕਦਾ ਹੈ। ਉਹਨਾਂ ਨੇ ਇਹ ਵੀ ਜੋੜਿਆ ਕਿ ਜਿਸ ਤਰ੍ਹਾਂ ਅਮਰੀਕਾ ਦੇ ਵੈਨੇਜ਼ੁਏਲਾ ਅਤੇ ਈਰਾਨ ਵਰਗੇ ਮੁੱਦਿਆਂ ਨੂੰ ਸਖਤੀ ਨਾਲ ਸੰਭਾਲਿਆ ਹੈ,
ਉਸ ਤਰ੍ਹਾਂ ਉਹਨਾਂ ਦੀ ਜਿਹੜੀ ਚੀਨ ਨਾਲ ਵੀ ਸਖਤ ਰਵੱਈਆ ਅਪਣਾਇਆ ਜਾਵੇਗਾ। ਕੀ ਹੈ ਪਨਾਮਾ ਨਹਿਰ ਅਤੇ ਇਸ ਦਾ ਇੰਟਰਨੈਸ਼ਨਲ ਮਹੱਤਵ? ਪਨਾਮਾ ਕੈਨਲ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਮੈਰੀਟਾਈਮ ਟ੍ਰੇਡ ਰੂਟਸ ਯਾਨੀ ਕਿ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ। ਇਹ ਇੱਕੋ 82 ਕਿਲੋਮੀਟਰ ਲੰਬਾ ਹਿਊਮਨ ਮੇਡ ਮਨੁੱਖ ਦੁਆਰਾ ਬਣਾਇਆ ਜਲ ਮਾਰਗ ਹੈ ਜੋ ਪਨਾਮਾ ਦੇ ਸਭ ਤੋਂ ਤੰਗ ਹਿੱਸੇ ਦੇ ਵਿੱਚ ਯਾਨੀ ਲੰਘਦਾ ਹੈ। ਇਹ ਨਹਿਰ ਐਟਲਾਂਟਿਕ ਓਸ਼ੀਅਨ ਅਤੇ ਪੈਸੀਫਿਕ ਓਸ਼ੀਅਨ ਪ੍ਰਸ਼ਾਂਤ ਮਹਾਸਾਗਰ ਨੂੰ ਆਪਸ ਵਿੱਚ ਜੋੜਦੀ ਹੈ, ਜਿਸ ਨਾਲ ਦੁਨੀਆ ਭਰ ਦੇ ਵਪਾਰਕ ਜਹਾਜ਼ਾਂ ਨੂੰ ਹਜ਼ਾਰਾਂ ਕਿਲੋਮੀਟਰ ਦਾ ਲੰਬਾ ਚੱਕਰ ਕੱਟਣ ਤੋਂ ਮੁਕਤੀ ਮਿਲਦੀ ਹੈ। ਇਸ ਨਹਿਰ ਦਾ ਨਿਰਮਾਣ 1903 ਵਿੱਚ ਸ਼ੁਰੂ ਹੋਇਆ ਸੀ ਅਤੇ 1914 ਵਿੱਚ ਇਹ ਬਣ ਕੇ ਤਿਆਰ ਹੋਈ ਸੀ। ਲੰਬੇ ਸਮੇਂ ਤੱਕ ਇਸ ਦੇ ਅਮਰੀਕਾ ਦਾ ਪੂਰਾ ਕੰਟਰੋਲ ਰਿਹਾ, ਪਰ ਬਾਅਦ ਵਿੱਚ ਇੱਕ ਸੰਧੀ ਤਹਿਤ ਇਸ ਦਾ ਜ਼ਿੰਮੇਵਾਰੀ ਪਨਾਮਾ ਦੇ ਸਥਾਨਕ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ ਸੀ। ਹਾਲਾਂਕਿ ਹਾਲ ਹੀ ਦੇ ਵਿੱਚ ਸਮੇਂ ਵਿੱਚ ਚੀਨ ਦੀਆਂ ਵੱਧਦੀਆਂ ਵਪਾਰਕ ਅਤੇ ਬੁਨਿਆਦੀ ਢਾਂਚੇ ਯਾਨੀ ਕਿ ਇਨਫਰਾਸਟ੍ਰਕਚਰ ਸੰਬੰਧੀ ਗਤੀਵਿਧੀਆਂ ਕਾਰਨ ਇਸ ਜਲ ਮਾਰਗ ਨੂੰ ਲੈ ਕੇ ਹੁਣ ਸੰਯੁਕਤ ਰਾਜ ਅਮਰੀਕਾ USA ਅਤੇ ਪਨਾਮਾ ਦੇ ਸੰਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਯੂਰਪ ਤੋਂ ਬਾਅਦ ਨਾਰਥ ਅਮਰੀਕਾ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਅਤੇ ਕਰੋੜਾਂ ਲੋਕਾਂ ਨੂੰ 45 ਡਿਗਰੀ ਸੈਲਸੀਅਸ ਤਾਪਮਾਨ ਤੋਂ ਬਚਣ ਦੀ ਹਦਾਇਤ ਦਿੱਤੀ ਗਈ ਹੈ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਿਊਯਾਰਕ ਸ਼ਹਿਰ ਵਿੱਚ ਪਹਿਲੀ ਵਾਰ ਨਰਸਾਂ ਅਤੇ ਪੈਰਾਮੈਡਿਕਸ ਵਾਲੀਆਂ ਵੈਨਸ ਤੈਨਾਤ ਕੀਤੀਆਂ ਰਹੀਆਂ ਹਨ ਜੋ ਪਾਣੀ, ਇਲੈਕਟ੍ਰੋਲਾਈਟਸ ਅਤੇ ਸਨਸਕ੍ਰੀਨ ਮੁਹੱਈਆ ਕਰਵਾਉਣਗੀਆਂ, ਜਦਕਿ ਗਰਮੀ ਦੀ ਮਾਰ ਹੇਠ ਆਏ ਲੋਕਾਂ ਨੂੰ ਜਿਹੜੇ ਕੂਲਿੰਗ ਸੈਂਟਰਾਂ ਵਿੱਚ ਪਹੁੰਚਾਇਆ ਜਾਵੇਗਾ। ਨੈਸ਼ਨਲ ਵੈਦਰ ਸਰਵਿਸਿਜ਼ ਮੁਤਾਬਿਕ ਜੁਲਾਈ ਮਹੀਨਾ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਗਰਮ ਮਹੀਨਾ ਸਾਬਤ ਹੋ ਸਕਦਾ ਹੈ ਅਤੇ ਤਾਪਮਾਨ ਨਾਲ ਸੰਬੰਧਿਤ ਘੱਟੋ-ਘੱਟ 300 ਪੁਰਾਣੇ ਰਿਕਾਰਡ ਟੁੱਟ ਸਕਦੇ ਹਨ। ਗਰਮੀ ਦੇ ਟਾਕਰੇ ਲਈ ਜੰਗੀ ਪੱਧਰ ਤੇ ਤਿਆਰੀਆਂ ਅਮਰੀਕਾ ਤੇ ਮੱਧ-ਪੱਛਮੀ ਰਾਜਾਂ ਤੋਂ ਈਸਟ ਕੋਸਟ ਤੱਕ ਟੈਂਪਰੇਚਰ 100 ਡਿਗਰੀ ਫਾਰਨਹਾਈਟ ਤੋਂ 115 ਡਿਗਰੀ ਫਾਰਨਹਾਈਟ ਤੱਕ ਜਾ ਸਕਦਾ ਹੈ ਅਤੇ ਖਤਰਨਾਕ ਹਾਲਾਤ ਦੌਰਾਨ ਜਿੱਥੇ ਸਰੀਰ ਵਿੱਚ ਪਾਣੀ ਦੀ ਕਮੀ ਜਾਨ ਦਾ ਖੋਹ ਪੈਦਾ ਕਰ ਸਕਦੀ ਹੈ, ਉੱਥੇ ਹੀ ਵਡੇਰੀ ਉਮਰ ਵਾਲਿਆਂ ਨੂੰ ਦਿਲ ਦਾ ਦੌਰਾ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨੈਸ਼ਵਿਲ ਦਾ ਟੈਂਪਰੇਚਰ 101 ਡਿਗਰੀ ਫਾਰਨਹਾਈਟ ਤੱਕ ਜਾ ਸਕਦਾ ਹੈ, ਪਰ ਗਰਮੀ 114 ਡਿਗਰੀ ਤਾਪਮਾਨ ਬਰਾਬਰ ਮਹਿਸੂਸ ਹੋਵੇਗੀ। ਕੌਮੀ ਰਾਜਧਾਨੀ ਵਾਸ਼ਿੰਗਟਨ ਨੇ DC ਵਿਖੇ 4 ਜੁਲਾਈ ਨੂੰ 250 ਸਾਲ ਆਜ਼ਾਦੀ ਦਿਹਾੜੇ ਮੌਕੇ ਲੋਕ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਨ, ਪਰ ਤਾਪਮਾਨ 103 ਡਿਗਰੀ ਫਾਰਨਹਾਈਟ ਤੋਂ ਟੱਪ ਸਕਦਾ ਹੈ। ਵਾਸ਼ਿੰਗਟਨ ਵਿਖੇ ਆਖਰੀ ਵਾਰ 100 ਡਿਗਰੀ ਤਾਪਮਾਨ 1919 ਵਿੱਚ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਮੁਤਾਬਿਕ ਅਮਰੀਕਾ ਦੇ ਪੂਰਬੀ ਅਤੇ ਮੱਧ-ਪੱਛਮੀ ਰਾਜਾਂ ਉੱਤੇ ਗਰਮੀ ਦਾ ਗੋਲਾ ਬਣ ਗਿਆ ਹੈ ਅਤੇ ਇਸ ਦੇ ਖਤਮ ਹੋਣ ਤੱਕ ਕਰੋੜਾਂ ਲੋਕਾਂ ਨੂੰ ਰਾਹਤ ਦੇ ਆਸਾਰ ਨਹੀਂ। ਆਸਟ੍ਰੇਲੀਆ ਅਤੇ ਕੈਨੇਡਾ ਵਿੱਚ 2 ਪੰਜਾਬੀਆਂ ਦੀ ਬੇਵਕਤੀ ਮੌਤ ਨੇ ਪਰਿਵਾਰਾਂ ਦੇ ਕੱਖੋਂ ਹੌਲੇ ਕਰ ਦਿੱਤਾ। ਐਡੀਲੇਡ ਨੇੜਲੇ ਹਾਈਬਰੀ ਇਲਾਕੇ ਨਾਲ ਸੰਬੰਧਿਤ ਸਤਵਿੰਦਰ ਸਿੰਘ ਵੜੈਚ ਇੱਕ ਦਰਦਨਾਕ ਜਿਹੜੇ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਿਆ, ਜਿਸ ਦਾ ਸਿਰਫ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਜ਼ਿੰਦਗੀ ਦੇ ਨਵੇਂ ਸਫ਼ਰ ਦਾ ਆਗਾਜ਼ ਹੋਣ ਤੋਂ ਪਹਿਲਾਂ ਹੀ ਅੰਤ ਹੋ ਗਿਆ। ਸਤਵਿੰਦਰ ਸਿੰਘ ਵਚੈੜ ਆਪਣੇ ਪਿੱਛੇ ਬਜ਼ੁਰਗ ਮਾਪੇ, 3 ਭੈਣਾਂ ਅਤੇ ਪਤਨੀ ਛੱਡ ਗਿਆ ਹੈ। ਪਰਿਵਾਰ ਦੀ ਆਰਥਿਕ ਸਹਾਇਤਾ ਲਈ ਸਥਾਪਕ ਗੋਫੰਡਮੀ ਪੇਜ ਮੁਤਾਬਿਕ ਸਤਵਿੰਦਰ ਸਿੰਘ ਮਿਹਨਤੀ ਨੌਜਵਾਨ ਸੀ ਜਿਸ ਨੇ ਆਪਣੇ ਪਰਿਵਾਰ ਦੀ ਬਿਹਤਰੀ ਵਾਸਤੇ ਦਿਨ-ਰਾਤ ਇੱਕ ਕਰ ਦਿੱਤਾ। ਦੂਜੇ ਪਾਸੇ ਕੈਨੇਡਾ ਦੇ ਮੌਂਟਰੀਅਲ ਵਿਖੇ ਰਸ਼ਪਾਲ ਸਿੰਘ ਦੀ ਅਚਨਚੇਤ ਮੌਤ ਮਗਰੋਂ ਭਾਰਤ ਰਹਿੰਦੇ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਰਸ਼ਪਾਲ ਸਿੰਘ ਤਕਰੀਬਨ 8 ਸਾਲ ਤੋਂ ਮੌਂਟਰੀਅਲ ਦੇ ਪਾਰਕ ਇਲਾਕੇ ਵਿੱਚ ਰਹਿ ਰਿਹਾ ਸੀ। ਰਸ਼ਪਾਲ ਸਿੰਘ ਆਪਣੇ ਪਿਛਲੇ ਪਤਨੀ, 15 ਸਾਲ ਦੀ ਬੇਟੀ ਅਤੇ 8 ਸਾਲ ਦਾ ਬੇਟਾ ਛੱਡ ਗਿਆ ਹੈ ਜੋ ਜੰਮੂ ਕਸ਼ਮੀਰ ਦੇ ਸਿੰਬਲ ਕੈਂਪ ਵਿੱਚ ਰਹਿੰਦੇ ਹਨ। ਰਸ਼ਪਾਲ ਸਿੰਘ ਦੇ ਦੋਸਤ ਤੇਜਿੰਦਰ ਸਿੰਘ ਮੁਤਾਬਕ ਉਸ ਦੇ ਪਰਿਵਾਰਕ ਮੈਂਬਰ ਆਖਰੀ ਵਾਰ ਰਸ਼ਪਾਲ ਸਿੰਘ ਦਾ ਚਿਹਰਾ ਦੇਖਣਾ ਚਾਹੁੰਦੇ ਹਨ, ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਜਿਹੜੀ ਇੰਡੀਆ ਭੇਜਣ ਦੀ ਪ੍ਰਬੰਧ ਕੀਤੇ ਜਾ ਰਹੇ ਹਨ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਹਾਈਕਮਾਨ ਨੇ ਪੰਜਾਬ ਇਕਾਈ ਵਿੱਚ ਵੱਡੇ ਸੰਗਠਨਾਤਮਕ ਫੈਸਲੇ ਕੀਤੇ ਹਨ। ਪਾਰਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਕਦਮ ਨੂੰ ਪਾਰਟੀ ਵਿੱਚ ਸੰਤੁਲਨ ਬਣਾਈ ਰੱਖਣ ਅਤੇ ਸਾਰੇ ਸੀਨੀਅਰ ਆਗੂਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਮੰਤਰੀ ਰਹੇ ਵਿਜੇ ਇੰਦਰ ਸਿੰਗਲਾ ਨੂੰ ਚੋਣ ਪ੍ਰਬੰਧਨ ਦੇ ਤਾਲਮੇਲ ਕਮੇਟੀ ਦਾ ਚੇਅਰਮੈਨ ਜਿਹੜਾ ਥਾਪਿਆ ਗਿਆ ਹੈ। ਇਹ ਕਮੇਟੀ ਪਾਰਟੀ ਦੇ ਜਥੇਬੰਦਕ ਤੇ ਚੋਣ ਤਿਆਰੀਆਂ ਦੇ ਮਾਮਲੇ ਵੇਖੇਗੀ। ਚੇਅਰਮੈਨ ਸਿੰਗਲਾ ਦੇ ਨਾਲ ਸਹਿ ਚੇਅਰਮੈਨ ਵਜੋਂ ਸ਼੍ਰੀ O.P. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ,
ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੇ ਜ਼ਿੰਮੇਵਾਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੁਖਵਿੰਦਰ ਡੈਨੀ, ਰਾਜਕੁਮਾਰ ਵੇਰਕਾ ਦੇ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਉਧਰ ਗੁਰਦਾਸਪੁਰ ਹਲਕੇ ਤੋਂ MP ਸੁਖਵਿੰਦਰ ਸਿੰਘ ਰੰਧਾਵਾ ਕੋਰ ਕਮੇਟੀ ਦੀ ਕਮਾਨ ਸੰਭਾਲਣਗੇ, ਜਿਸ ਦੇ ਨਾਲ ਹੀ ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਇਹ ਕਮੇਟੀ ਪਾਰਟੀ ਦਾ ਏਜੰਡਾ ਤੈਅ ਕਰੇਗੀ ਅਤੇ ਉਹ ਵਾਅਦੇ ਤਿਆਰ ਕਰੇਗੀ ਜੋ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੇ ਜਾਣੇ ਹਨ। ਚੋਣ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਲੀਡਰਸ਼ਿਪ ਢਾਂਚੇ ਨੂੰ ਵਿਸ਼ਾਲ ਕਰਨ ਦੇ ਉਦੇਸ਼ ਨਾਲ ਇੱਕ ਸਮਾਨਾਂਤਰ ਕਦਮ ਚੁੱਕਦਿਆਂ ਪਾਰਟੀ ਨੇ ਸੁਖਵਿੰਦਰ ਡੈਨੀ, ਰਾਜਕੁਮਾਰ ਵੇਰਕਾ ਅਤੇ ਸੰਗਤ ਗਿਲਜੀਆਂ ਨੂੰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਚੰਨੀ ਦੀ ਅਗਵਾਈ ਵਾਲੀ ਪ੍ਰਚਾਰ ਕਮੇਟੀ ਵਿੱਚ ਸੁਖਪਾਲ ਖਹਿਰਾ, ਰਾਣਾ ਗੁਰਜੀਤ ਸਿੰਘ ਅਤੇ ਧਰਮਵੀਰ ਗਾਂਧੀ ਵਾਈਸ ਚੇਅਰਮੈਨ ਹੋਣਗੇ। ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਰਾਜਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਪਹਿਲੇ ਵਾਂਗ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਬਣੇ ਰਹਿਣਗੇ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਈ ਆਗੂਆਂ ਦੇ ਨਾਂ ਪ੍ਰਧਾਨ ਦੇ ਅਹੁਦੇ ਵਿੱਚ ਚਰਚਾ ਵਿੱਚ ਸਨ, ਪਰ ਹਾਈਕਮਾਨ ਨੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਤੇ ਹੀ ਭਰੋਸਾ ਜਤਾਇਆ ਹੈ। ਇਸ ਨਾਲ ਹੀ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਪਾਰਟੀ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਅੰਦਰੂਨੀ ਬਦਲਾਅ ਨਹੀਂ ਕਰਨਾ ਚਾਹੁੰਦੀ। ਪਾਕਿਸਤਾਨ ਅੰਦਰ ਜ਼ਿਲ੍ਹਾ ਸ਼ੇਖਪੁਰਾ ਦੇ ਫਰੂਕਾਬਾਦ 'ਚ ਕਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਇੱਕ ਹਿੱਸੇ ਨੂੰ ਕੁਝ ਲੋਕਾਂ ਵੱਲੋਂ ਢਾਹ ਕੇ ਜਾਇਦਾਦ ਹਥਿਆਉਣ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨੋਟਿਸ ਲੈਂਦਿਆਂ ਪਾਕਿਸਤਾਨ ਸਰਕਾਰ ਨੂੰ ਸਿੱਖ ਵਿਰਾਸਤਾਂ ਦੀ ਸੰਭਾਲ ਯਕੀਨੀ ਬਣਾਉਣ ਲਈ ਆਖਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਅੰਦਰ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਵਿਰਾਸਤਾਂ ਮੌਜੂਦ ਹਨ, ਜਿਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਉੱਥੋਂ ਦੀ ਸਰਕਾਰ ਦੀ ਹੈ। ਉਹਨਾਂ ਨੇ ਕਿਹਾ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਫਰੂਕਾਬਾਦ ਦੀ ਮੰਡੀ ਸਕਰਾਨਾ ਵਿੱਚ ਕੁਝ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਜਾਇਦਾਦ ਨੂੰ ਹਥਿਆਉਣ ਲਈ ਅਜਿਹੀ ਘਿਨੌਣੀ ਹਰਕਤ ਕੀਤੀ ਹੈ। ਇਹ ਗੁਰਦੁਆਰਾ ਸਾਹਿਬ ਸਿੰਘ ਸਭਾ ਲਹਿਰ ਦੇ ਸਮੇਂ ਦਾ ਇਤਿਹਾਸਿਕ ਸਥਾਨ ਹੈ, ਜਿਸ ਨਾਲ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਯਾਦਾਂ ਜੁੜੀਆਂ ਹੋਈਆਂ ਹਨ। ਅਜਿਹੇ ਅਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਕਰਨਾ ਕਰਕੇ ਸਥਾਨਕ ਪ੍ਰਸ਼ਾਸਨ ਦੇ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ, ਨਾ ਕਿ ਉਹਨਾਂ ਨੂੰ ਢਾਹ ਕੇ ਇਤਿਹਾਸ ਵਿਰਾਸਤ ਨੂੰ ਮਿਟਾਇਆ ਜਾਵੇ। ਐਡਵੋਕੇਟ ਧਾਮੀ ਨੇ ਪਾਕਿਸਤਾਨ ਸਰਕਾਰ ਅਤੇ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸਿਕ ਪਹਿਚਾਣ ਨੂੰ ਬਰਕਰਾਰ ਰੱਖਦਿਆਂ ਇਸ ਦੀ ਮੁੜ ਉਸਾਰੀ ਅਤੇ ਸੰਭਾਲ ਲਈ ਢੁਕਵੇਂ ਕਦਮ ਚੁੱਕੇ ਜਾਣ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਸਥਿਤ ਗੁਰੂ ਸਾਹਿਬਾਨ ਨਾਲ ਸੰਬੰਧਿਤ ਗੁਰਦੁਆਰਿਆਂ ਅਤੇ ਹੋਰ ਸਿੱਖ ਵਿਰਾਸਤੀ ਅਸਥਾਨ ਵਿਸ਼ਵ ਭਰ ਦੀ ਸੰਗਤ ਦੀ ਆਸਥਾ ਦਾ ਕੇਂਦਰ ਹਨ। ਇਹਨਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਦੁਬਾਰਾ ਨਾ ਵਾਪਰੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਾਸ ਐਂਜਲਸ 2028 ਓਲੰਪਿਕ ਲਈ ਸਿੱਧੀ ਕੁਆਲੀਫਿਕੇਸ਼ਨ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਨੇ ਪੁਸ਼ਟੀ ਕੀਤੀ ਹੈ ਕਿ ਭਾਰਤ, ਆਸਟ੍ਰੇਲੀਆ, ਗ੍ਰੇਟ ਬ੍ਰਿਟੇਨ, ਇੰਗਲੈਂਡ ਰਾਹੀਂ ਅਤੇ ਦੱਖਣੀ ਅਫਰੀਕਾ ਨੇ ਮਹਿਲਾ T20 ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ICC ਮੁਤਾਬਿਕ ਇੰਗਲੈਂਡ ਵਿੱਚ ਚੱਲ ਰਹੇ ਮਹਿਲਾ T20 ਵਿਸ਼ਵ ਕੱਪ ਵਿੱਚ ਏਸ਼ੀਆ, ਓਸ਼ੀਨੀਆ, ਯੂਰਪ ਅਤੇ ਅਫਰੀਕਾ ਦੀਆਂ ਸਭ ਤੋਂ ਵਧੀਆ ਯੋਗ ਟੀਮਾਂ ਨੂੰ ਓਲੰਪਿਕ ਲਈ ਸਿੱਧਾ ਕੁਆਲੀਫਾਈ ਕੀਤਾ ਗਿਆ ਹੈ। ਹਰ ਮਹਾਦੀਪ ਤੋਂ ਸਿਰਫ ਇੱਕ ਟੀਮ ਨੂੰ ਹੀ ਇਹ ਮੌਕਾ ਦਿੱਤਾ ਜਾਵੇਗਾ। ਮੇਜ਼ਬਾਨ ਅਮਰੀਕਾ ਨੂੰ ਨਿਰਧਾਰਤ ਰੈਂਕਿੰਗ ਮਾਪਦੰਡ ਪੂਰੇ ਕਰਨ ਦੀ ਸੂਰਤ ਵਿੱਚ ਆਪਣੇ ਆਪ ਜਗ੍ਹਾ ਮਿਲੇਗੀ। ਜੇਕਰ ਅਮਰੀਕਾ ਵਿੱਚ ਸ਼ਰਤ ਪੂਰੀ ਨਹੀਂ ਕਰਦਾ ਤਾਂ ਵਾਧੂ ਸਿੱਧਾ ਸਥਾਨ ICC ਮਹਿਲਾ T20 ਰੈਂਕਿੰਗ ਦੇ ਆਧਾਰ ਤੇ ਦਿੱਤਾ ਜਾਵੇਗਾ, ਜਦਕਿ 6ਵੀਂ ਅਤੇ ਆਖਰੀ ਟੀਮ ਦਾ ਫੈਸਲਾ 2027 ਵਿੱਚ ਹੋਣ ਵਾਲੀ ICC ਓਲੰਪਿਕ ਕੁਆਲੀਫਾਇਰ ਰਾਹੀਂ ਕੀਤਾ ਜਾਵੇਗਾ। ਦੂਜੇ ਪਾਸੇ ਪੁਰਸ਼ ਵਰਗ ਵਿੱਚ ਕੁਆਲੀਫਿਕੇਸ਼ਨ ਦੀ ਪ੍ਰਕਿਰਿਆ ਵੱਖਰੀ ਹੈ। ਏਸ਼ੀਆ, ਅਫਰੀਕਾ, ਯੂਰਪ ਅਤੇ ਓਸ਼ੀਨੀਆ ਦੀਆਂ ਸਭ ਤੋਂ ਉੱਚੀ ਰੈਂਕਿੰਗ ਵਾਲੀ ਯੋਗ ਟੀਮਾਂ ਨੂੰ ਸਿੱਧੀ ਐਂਟਰੀ ਮਿਲੇਗੀ। ਇਸ ਲਈ ਭਾਰਤੀ ਪੁਰਸ਼ ਟੀਮ ਨੂੰ 31 ਦਸੰਬਰ 2026 ਤੱਕ ICC T20 ਰੈਂਕਿੰਗ ਵਿੱਚ ਏਸ਼ੀਆ ਦੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਯੋਗ ਟੀਮ ਬਣਨਾ ਹੋਵੇਗਾ। ਜ਼ਿਕਰਯੋਗ ਹੈ ਕਿ 128 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਕ੍ਰਿਕਟ ਦੀ ਓਲੰਪਿਕ ਵਿੱਚ ਵਾਪਸੀ ਹੋ ਰਹੀ ਹੈ। ਲਾਸ ਐਂਜਲਸ 2028 ਓਲੰਪਿਕ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੇ T20 ਮੁਕਾਬਲੇ ਵਿੱਚ 6 ਟੀਮਾਂ ਦਾ ਹਿੱਸਾ ਲੈਣਗੀਆਂ। ਵੈਨੇਜ਼ੁਏਲਾ ਵਿੱਚ ਇੱਕ ਭਾਰਤੀ ਮਲਾਹ ਦੀ ਮੌਤ ਦਾ ਮਾਮਲਾ ਹੁਣ ਇੱਕ ਵੱਡੇ ਭੇਤ ਵਿੱਚ ਬਦਲ ਗਿਆ ਹੈ।
ਉੱਤਰ ਪ੍ਰਦੇਸ਼ ਦੇ ਦੇਵੇਰੀਆ ਜ਼ਿਲ੍ਹੇ ਦੇ ਰਹਿਣ ਵਾਲੇ 33 ਸਾਲ ਰਾਕੇਸ਼ ਚੌਹਾਨ ਦੀ ਲਾਸ਼ ਜਦੋਂ ਕਰੀਬ 1 ਮਹੀਨੇ ਬਾਅਦ ਭਾਰਤ ਲਿਆਂਦੀ ਗਈ ਤਾਂ ਪਰਿਵਾਰ ਨੇ ਦੂਜਾ ਪੋਸਟਮਾਰਟਮ ਕਰਵਾਇਆ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਜਾਣਕਾਰੀ ਨੇ ਸਭ ਤੋਂ ਹੈਰਾਨ ਕਰ ਦਿੱਤਾ। ਰਿਪੋਰਟ ਨੂੰ ਦਾਅਵਾ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਦੇ ਸਰੀਰ ਵਿੱਚੋਂ ਦਿਮਾਗ, ਦਿਲ, ਜਿਹੜੇ ਦੋਵੇਂ ਫੇਫੜੇ, ਜਿਗਰ, ਗੁਰਦੇ, ਤੀਲੀ, ਪੇਟ, ਅੰਕੜੀਆਂ ਅਤੇ ਕਈ ਹੋਰ ਅੰਦਰੂਨੀ ਅੰਗ ਗਾਇਬ ਸਨ। ਇਸ ਵੇਲੇ ਚੌਹਾਨ ਪਰਿਵਾਰ ਮੁੰਬਈ ਦੇ ਵਿੱਚ ਰਹਿ ਰਿਹਾ ਹੈ। ਰਾਕੇਸ਼ ਚੌਹਾਨ ਆਪਣੀ ਪਤਨੀ, 6 ਮਹੀਨੇ ਦਾ ਪੁੱਤਰ, ਪਿਤਾ ਤੇ ਭਰਾ ਛੱਡ ਗਏ ਹਨ। 33 ਸਾਲ ਰਾਕੇਸ਼ ਚੌਹਾਨ ਮਰਚੈਂਟ ਨੇਵੀ ਵਿੱਚ ਮਰੀਨ ਫਿਟਰ ਵਜੋਂ ਕੰਮ ਕਰਦੇ ਸਨ। ਉਹ ਡਿਊਟੀ ਦੌਰਾਨ ਵੈਨੇਜ਼ੁਏਲਾ ਵਿੱਚ ਤਾਇਨਾਤ ਸਨ। ਪਰਿਵਾਰ ਨੂੰ ਪਹਿਲਾਂ ਇੱਕ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਜਦੋਂ ਜਿਹੜੀ ਲਾਸ਼ ਭਾਰਤ ਵਿੱਚ ਆਈ ਅਤੇ ਮੁੜ ਪੋਸਟਮਾਰਟਮ ਕੀਤਾ ਗਿਆ ਤਾਂ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੇ ਮੌਤ ਦੇ ਕਾਰਨਾਂ ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਸਰੀਰ ਦੇ ਗਰਦਨ ਤੋਂ ਹੇਠਾਂ ਤੱਕ ਲੰਬੇ ਟਾਂਕੇ ਲੱਗੇ ਹੋਏ ਸਨ। ਇੱਕ ਹੋਰ ਲੰਬਾ ਕੱਟ ਇੱਕ ਕੰਨ ਤੋਂ ਦੂਜੇ ਕੰਨ ਤੱਕ ਸੀ। ਰਿਪੋਰਟ ਅਨੁਸਾਰ ਸਰੀਰ ਨੂੰ ਲਗਭਗ 1 ਮਹੀਨੇ ਤੱਕ ਡੀਪ ਫ੍ਰੀਜ਼ਰ ਵਿੱਚ ਰੱਖਿਆ ਗਿਆ ਸੀ ਕਿਉਂਕਿ ਸਾਰੇ ਮੁੱਖ ਅੰਦਰੂਨੀ ਅੰਗ ਮੌਜੂਦ ਨਹੀਂ ਸਨ। ਇਸ ਲਈ ਡਾਕਟਰ ਮੌਤ ਦਾ ਅਸਲ ਕਾਰਨ ਤੈਅ ਨਹੀਂ ਕਰ ਸਕੇ। ਇਸ ਮਾਮਲੇ ਤੋਂ ਬਾਅਦ ਫੈਡਰੇਸ਼ਨ ਆਫ ਸੀਫਰੇਜਰਸ ਯੂਨੀਅਨਸ ਆਫ ਇੰਡੀਆ FSUI ਦੀ ਸਰਗਰਮ ਹੋ ਗਈ ਹੈ। ਯੂਨੀਅਨ ਨੇ ਕੇਂਦਰ ਸਰਕਾਰ ਅਤੇ ਭਾਰਤੀ ਦੂਤਾਵਾਸ ਤੋਂ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਵੱਲੋਂ ਨਾ ਤਾਂ ਪੋਸਟਮਾਰਟਮ ਦੀ ਪੂਰੀ ਰਿਪੋਰਟ ਦਿੱਤੀ ਗਈ ਅਤੇ ਨਾ ਹੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਮ੍ਰਿਤਕ ਦੇ ਅੰਦਰੂਨੀ ਅੰਗ ਕਿਉਂ ਕੱਢੇ ਗਏ ਹਨ। ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਆਖਰਕਾਰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਕੱਲ੍ਹ ਦੇ ਮੁਕਾਬਲੇ ਮੈਕਸਿਮਮ ਟੈਂਪਰੇਚਰ ਵਿੱਚ 3.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਵੈਦਰ ਡਿਪਾਰਟਮੈਂਟ ਨੇ ਅੱਜ ਤੋਂ ਅਗਲੇ 6 ਦਿਨਾਂ ਲਈ ਪੂਰੇ ਸੂਬੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹਵਾ ਦੀ ਸਪੀਡ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਦੇ ਬਾਵਜੂਦ ਮੌਜੂਦਾ ਤਾਪਮਾਨ ਆਮ ਨਾਲੋਂ 3.6 ਡਿਗਰੀ ਵੱਧ ਬਣਿਆ ਹੋਇਆ ਹੈ, ਜਿਸ ਨੇ ਬਠਿੰਡਾ ਵਿੱਚ ਸਭ ਤੋਂ ਵੱਧ 41.5 ਡਿਗਰੀ ਤਾਪਮਾਨ ਰਿਹਾ। ਉੱਥੇ ਹੀ ਚੰਡੀਗੜ੍ਹ ਵਿੱਚ 5.8 ਡਿਗਰੀ ਦੀ ਵੱਡੀ ਗਿਰਾਵਟ ਤੋਂ ਬਾਅਦ ਧਾਰਾ ਪਾਰਾ 29.7 ਡਿਗਰੀ ਸੈਲਸੀਅਸ ਤੇ ਆ ਗਿਆ। ਮੌਨਸੂਨ ਦੇ ਪ੍ਰਭਾਵ ਕਾਰਨ ਵੀਰਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ 14 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਗਰਜ ਅਤੇ ਲਾਈਟਿੰਗ ਯਾਨੀ ਕਿ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਨਸੂਨ ਦੇ ਪ੍ਰਭਾਵ ਕਾਰਨ ਵੀਰਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ 14 ਜ਼ਿਲ੍ਹਿਆਂ ਲਈ ਤੇਜ਼ ਹਵਾਵਾਂ, ਗਰਜ ਅਤੇ ਲਾਈਟਿੰਗ ਯਾਨੀ ਕਿ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਹੈਵੀ ਰੇਨ ਦੇ ਨਾਲ-ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ, ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਸੰਗਰੂਰ, ਫਤਿਹਗੜ੍ਹ ਅਤੇ ਪਟਿਆਲਾ ਵਿੱਚ ਥੰਡਰਸਟਾਰਮ ਦੀ ਸੰਭਾਵਨਾ ਹੈ। ਪੰਜਾਬ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੇ ਅੱਜ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਡਿਸਚਾਰਜ ਯਾਨੀ ਕਿ ਬਰੀ ਕਰਨ ਲਈ ਵਿਸ਼ੇਸ਼ CBI ਜੱਜ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। CBI ਅਦਾਲਤ ਦੇ ਮੁਲਜ਼ਮ ਦੀ ਅਰਜ਼ੀ ਦੇ ਜਵਾਬ ਦਾਇਰ ਕਰਨ ਲਈ CBI ਨੂੰ ਨੋਟਿਸ ਜਾਰੀ ਕੀਤਾ ਹੈ। ਵਕੀਲ HS ਧਨੋਆ ਅਤੇ SPS ਭੁੱਲਰ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਵਿੱਚ ਮੁਲਜ਼ਮ ਦੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਇਸ ਕੇਸ ਵਿੱਚ ਡਿਸਚਾਰਜ ਕੀਤਾ ਜਾਵੇ। CBI ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਰਿਸ਼ਵਤ ਮੰਗਣ ਜਾਂ ਸਵੀਕਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਇੱਥੋਂ ਤੱਕ ਕਿ CFSL ਦੀ ਰਿਪੋਰਟ ਨੇ ਵੀ ਨਿਰਣਾਇਕ ਤੌਰ ਤੇ ਸਾਬਤ ਨਹੀਂ ਕੀਤਾ ਹੈ ਕਿ ਆਵਾਜ਼ ਦੀ ਰਿਕਾਰਡਿੰਗ ਮੁਲਜ਼ਮ ਦੀ ਹੈ। ਇਸ ਕੇਸ ਦੇ ਵਿੱਚ FIR ਆਕਾਸ਼ ਬੱਤਾ ਨਾਮਕ ਵਿਅਕਤੀ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਨਾਲ ਦੋਸ਼ ਲਾਇਆ ਗਿਆ ਹੈ ਕਿ ਭੁੱਲਰ ਜੋ ਉਸ ਸਮੇਂ DIG ਰੋਪੜ ਰੇਂਜ ਪੰਜਾਬ ਪੁਲਿਸ ਵਜੋਂ ਤਾਇਨਾਤ ਸਨ ਨੇ ਥਾਣਾ ਸਰਹਿੰਦ ਵਿਖੇ ਦਰਜ FIR ਵਿੱਚ ਅਨੁਕੂਲ ਕਾਰਵਾਈ ਕਰਵਾਉਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਵਿਰੁੱਧ ਕੋਈ ਸਖਤ ਕਦਮ ਦਾ ਚੁੱਕੇ ਜਾਣ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਵਿਚੋਲੇ ਕ੍ਰਿਸ਼ਨਾਨੂ ਸ਼ਾਰਦਾ ਰਾਹੀਂ ਨਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ। ਦਿੱਲੀ ਸਰਕਾਰ ਨੇ ਰਾਜਧਾਨੀ ਨੂੰ ਸਾਫ਼ ਅਤੇ ਆਧੁਨਿਕ ਆਵਾਜਾਈ ਪ੍ਰਣਾਲੀ ਵੱਲ ਲਿਜਾਣ ਲਈ ਨਵੀਂ ਦਿੱਲੀ EV ਨੀਤੀ 2026 ਲਾਗੂ ਕੀਤੀ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਸਪਸ਼ਟ ਕੀਤਾ ਹੈ ਕਿ ਇਹ ਨੀਤੀ ਸਿਰਫ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਤੱਕ ਸੀਮਿਤ ਨਹੀਂ ਹੈ, ਸਗੋਂ 2030 ਤੱਕ ਪੂਰੇ ਆਵਾਜਾਈ ਪ੍ਰਣਾਲੀ ਨੂੰ ਹੌਲੀ-ਹੌਲੀ ਇਲੈਕਟ੍ਰਿਕ ਗਤੀਸ਼ੀਲਤਾ ਵਿੱਚ ਬਦਲਣ ਲਈ ਇੱਕ ਵਿਆਪਕ ਰੋਡ ਮੈਪ ਹੈ। ਮੁੱਖ ਮੰਤਰੀ ਦਫ਼ਤਰ CMO ਦੇ ਅਨੁਸਾਰ ਇਹ ਨੀਤੀ 1 ਜੁਲਾਈ ਤੋਂ ਲਾਗੂ ਹੋ ਗਈ ਹੈ। ਇਸ ਦਾ ਉਦੇਸ਼ ਜਨਤਕ ਅਤੇ ਨਿੱਜੀ ਆਵਾਜਾਈ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ ਵਧਾ ਕੇ ਪ੍ਰਦੂਸ਼ਣ ਨੂੰ ਘਟਾਉਣਾ ਹੈ। ਇਸ ਤੋਂ ਬਾਅਦ ਗੱਲ ਕਰੀਏ ਕਿ ਸਿਰਫ ਪ੍ਰੋਤਸਾਹਨ ਨਹੀਂ ਬਦਲੇਗਾ, ਹੁਣ ਪੂਰਾ ਸਿਸਟਮ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਸਾਲ 2020 ਵਿੱਚ ਲਾਗੂ ਕੀਤੀ ਗਈ EV ਨੀਤੀ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਜ਼ਰੂਰ ਕੀਤੀ ਸੀ, ਪਰ ਇਹ ਮੁੱਖ ਤੌਰ ਤੇ ਖਰੀਦ ਪ੍ਰੋਤਸਾਹਨ ਤੱਕ ਸੀਮਿਤ ਸੀ। ਹੁਣ ਨਵੀਂ ਨੀਤੀ ਰਾਹੀਂ ਸਰਕਾਰ ਪੂਰੇ ਆਵਾਜਾਈ ਪ੍ਰਣਾਲੀ ਵਿੱਚ ਢਾਂਚਾਗਤ ਬਦਲਾਅ ਲਿਆਉਣ ਜਾ ਰਹੀ ਹੈ। ਨਵੀਂ EV ਨੀਤੀ ਵਿੱਚ ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਥਾਰ, ਸੰਸਥਾਗਤ ਪ੍ਰਬੰਧਾਂ ਤੋਂ ਮੌਜੂਦ ਕਰਨਾ ਅਤੇ ਵੱਖ-ਵੱਖ ਵਾਹਨ ਸ਼੍ਰੇਣੀਆਂ ਦਾ ਪੜਾਅਵਾਰ ਬਿਜਲੀਕਰਨ ਹੈ। ਪੰਜਾਬ ਦੇ ਮਾਣ ਨੂੰ ਵਿਸ਼ਵ ਪੱਧਰ ਤੇ ਉੱਚਾ ਚੁੱਕਦਿਆਂ ਫਿਟਨੈਸ ਆਈਕਨ ਕੁੰਵਰ ਅਮਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਇੱਕ ਵਕਾਰੀ ਸ਼ਾਹੀ ਖਿਤਾਬ ਨਾਲ ਨਵਾਜ਼ਿਆ ਗਿਆ ਹੈ। ਆਪਣੀ ਅਦਭੁਤ ਫਿਟਨੈਸ, ਅਨੁਸ਼ਾਸਨ ਅਤੇ ਦੇਸੀ ਕਸਰਤ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਅਮਰਿਤਬੀਰ ਨੂੰ ਇਹ ਸਨਮਾਨ ਇੱਕ ਇਤਿਹਾਸਕ ਸਮਾਰੋਹ ਦੌਰਾਨ ਕੀਤਾ ਗਿਆ, ਜਿੱਥੇ ਸ਼ਾਹੀ ਪਰਿਵਾਰ ਨੇ ਉਸ ਦੇ ਸੱਭਿਆਚਾਰਕ ਪ੍ਰਭਾਵ ਅਤੇ ਨੌਜਵਾਨਾਂ ਲਈ ਗਲੋਬਲ ਰਾਜਦੂਤ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਪਿੰਡ ਦੀਆਂ ਗਲੀਆਂ ਤੋਂ ਲੈ ਕੇ ਇੰਡੋਨੇਸ਼ੀਆ ਦੇ ਸ਼ਾਹੀ ਦਰਬਾਰ ਤੱਕ ਦਾ ਉਸ ਦਾ ਇਹ ਸਫ਼ਰ ਨਾ ਸਿਰਫ ਉਸ ਦੀ ਨਿੱਜੀ ਜਿੱਤ ਹੈ, ਸਗੋਂ ਇਹ ਪੰਜਾਬੀ ਜੜ੍ਹਾਂ ਅਤੇ ਕਦਰਾਂ ਕੀਮਤਾਂ ਦੀ ਵਿਸ਼ਵਵਿਆਪੀ ਤਾਕਤ ਨੂੰ ਵੀ ਦਰਸਾਉਂਦਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ। ਗਿਨੀਜ਼ ਰਿਕਾਰਡ ਬਣਾਉਣ ਖਾਲਸਾ ਕਾਲਜ ਅੰਮ੍ਰਿਤਸਰ ਦੇ ਇਸ ਵਿਦਿਆਰਥੀ ਲਈ ਇੱਕ ਵੱਡਾ ਆਤਮ ਵਿਸ਼ਵਾਸ ਵਧਾਉਣਾ ਵਾਲਾ ਜਿਹੜਾ ਕਦਮ ਸੀ, ਜੋ ਮੰਨਦਾ ਸੀ ਕਿ ਸਰੀਰਕ ਫਿਟਨੈਸ ਅਤੇ ਬਾਡੀ ਬਿਲਡਿੰਗ ਪ੍ਰਾਪਤ ਕਰਨ ਲਈ ਮਹਿੰਗੇ ਜਿਮ ਵਿੱਚ ਜਾਣਾ ਅਤੇ ਪ੍ਰੋਟੀਨ ਸਪਲੀਮੈਂਟਸ ਲੈਣਾ ਜ਼ਰੂਰੀ ਨਹੀਂ ਹੈ। ਉਸਨੇ 17 ਸਾਲ ਦੀ ਉਮਰ ਵਿੱਚ ਆਪਣੀ ਫਿਟਨੈਸ ਯਾਤਰਾ ਸ਼ੁਰੂ ਕੀਤੀ ਅਤੇ ਹਮੇਸ਼ਾ ਇੱਕ ਵੱਖਰਾ ਰਾਹ ਅਪਣਾਉਣਾ ਚਾਹੁੰਦੇ ਸੀ। ਇਸ ਦੀ ਕੁਝ ਖਾਸ ਖਬਰਾਂ ਸਾਡੇ IP ਬਾਕਸ TV ਤੋਂ ਇਲਾਵਾ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਫੋਲੋ ਕਰੋ, ਜਿਵੇਂ ਕਿ YouTube, Facebook, Instagram, TikTok, ਤਾਂ ਜੋ ਤੁਹਾਨੂੰ ਹਰ ਤਾਜ਼ਾ ਖਬਰ ਅਤੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।